ਨੋਵਲ ਸੱਧਰਾਂ ਦੀ ਟੋਲੀ 9ਵੇਂ ਅੰਗ ਦਾ ਬਾਕੀ ਦਾ ਭਾਗ। ਮੈਂ ਨਿਕਲਣ ਨਹੀਂ ਆਇਆ ਸੋਹਣੀਏ, ਅੱਜ ਤਾਂ ਦਿਲ ਖੁਸ਼ ਕਰਨ ਲਈ ਆਇਆ ਤੇ ਖੁਸ਼ ਕਰਕੇ ਹੀ ਜਾਵਾਂਗਾ। ਮੈਂ ਜਾਣਦਾ ਰਾਜਾ ਤੈਨੂੰ ਖੁਸ਼ ਨਹੀਂ ਕਰ ਸਕਦਾ, ਉਹ ਬੇਵਕੂਫ ਪਾਗਲ ਹੈ। ਉਹਦਾ ਵਿਆਹ ਤੇ ਮੇਰੇ ਲਈ ਹੋਇਆ ਸੀ। ਅੱਜ ਤੱਕ ਮੈਂ ਤੈਨੂੰ ਇੰਨਾ ਤੜਪਣ ਨਹੀਂ ਸੀ ਦੇਣਾ ਜੇ ਤੂੰ ਪਹਿਲੇ ਦਿਨ ਹੀ ਮੰਨ ਜਾਂਦੀ। ਅਜੇ ਵੀ ਮੌਕਾ ਹੈ, ਮਹਾਰਾਣੀ ਬਣਾ ਦੂੰਗਾ ਮੈਂ ਤੈਨੂੰ। ਥੁੱਕਦੀ ਵੀ ਨਹੀਂ ਅੰਤਰਿਆ, ਮਰ ਜਾਣਿਆ। ਭੈਣ ਜੋ ਘਰ ਜਵਾਨ ਹੈ ਉਹਨੂੰ ਕਿਉਂ ਨਹੀਂ ਮਨਾਉਂਦਾ? ਉਹਨੂੰ ਮਹਾਰਾਣੀ ਬਣਾ ਲੈ ਖਾਂ। ਜੀਤੋ ਬਹੁਤ ਘਬਰਾਈ ਹੋਈ ਸੀ। ਜੀਤੋ ਦੀਆਂ ਗੱਲਾਂ ਸੁਣ ਕੇ ਕਸ਼ਮੀਰੇ ਨੂੰ ਗੁੱਸਾ ਚੜ੍ਹ ਗਿਆ। ਉਹਨੇ ਜੀਤੋ ਦੇ ਮੂੰਹ ਤੇ 5-6 ਚਪੇੜਾਂ ਮਾਰੀਆਂ, ਮੁੱਕੇ ਮਾਰੇ। ਵਹਿਸ਼ੀ ਜਾਨਵਰ ਵਾਂਗੂ ਟੁੱਟ ਕੇ ਪੈ ਗਿਆ। ਜੀਤੋ ਦਾ ਅੱਧ ਖੁੱਲ੍ਹਾ ਕੁੜਤਾ ਉਹਨੇ ਬਿਲਕੁਲ ਹੀ ਪਾੜ ਦਿੱਤਾ। ਉਹਦੀ ਅਸਮਤ ਤੋਂ ਪਰਦਾ ਚੁੱਕ ਦਿੱਤਾ। ਦਰਿੰਦਿਆਂ ਦੀ ਤਰ੍ਹਾਂ ਦੰਦੀਆਂ ਵੱਢ-ਵੱਢ ਉਹਨੂੰ ਬੇਹੋਸ਼ ਕਰ ਦਿੱਤਾ। ਜੀਤੋ ਨੇ ਹੱਦ ਤੋਂ ਜ਼ਿਆਦਾ ਕੋਸ਼ਿਸ਼ ਕੀਤੀ ਇੱਕ ਔਰਤ ਨੂੰ ਬਚਾਉਣ ਦੀ। ਆਖਰ ਉਹ ਇੱਕ ਔਰਤ ਸੀ, ਕਮਜ਼ੋਰੀ ਉਹਦਾ ਸੁਭਾਅ ਸੀ। ਉਹ ਸ਼ੈਤਾਨ ਦੀ ਵਹਿਸ਼ੀਅਤ ਦਾ ਸ਼ਿਕਾਰ ਹੋ ਗਈ। ਉਹਦੇ ਹੋਸ਼ ਹਵਾਸ ਉਸ ਵਕਤ ਮੁੜੇ ਜਦੋਂ ਜੀਤੋ ਨੂੰ ਵੇਚ ਚੁੱਕੀ ਸੀ ਤੇ ਉਹਨੂੰ ਕਾਮ ਦੇਵਤਾ ਨੇ ਖਰੀਦ ਲਿਆ ਸੀ। ਕਸ਼ਮੀਰਾ ਉੱਤੇ ਹੱਸ ਪਿਆ। ਜੀਤੋ ਨਿਢਾਲ ਹੋ ਗਈ। ਉਹਦੇ ਸਰੀਰ ਦਾ ਹਰ ਇੱਕ ਅੰਗ ਟੁੱਟਦਾ ਪਿਆ ਸੀ। ਉਹਦੀਆਂ ਲੱਤਾਂ ਦੁਖਦੀਆਂ ਸੀ, ਸਰੀਰ ਠੰਡਾ ਹੋ ਰਿਹਾ ਸੀ। ਪਿਆਸ ਨਾਲ ਉਹਦਾ ਗਲਾ ਖੁਸ਼ਕ ਹੁੰਦਾ ਜਾ ਰਿਹਾ ਸੀ। ਆਪਣੇ ਪਾਟੇ ਕੁੜਤੇ ਨੂੰ ਜੋੜ ਕੇ ਤਨ ਢੱਕ ਰਹੀ ਸੀ। ਤਨ ਢੱਕਦੀ ਨੂੰ ਵੇਖ ਕੇ ਕਸ਼ਮੀਰਾ ਬੋਲਿਆ, ਹੁਣ ਢੱਕ ਲੈ ਬਸ, ਅੱਜ ਤੋਂ ਆਪਾਂ ਤੇਰੇ ਨੌਕਰ ਬਣ ਗਏ ਹਾਂ ਜੀਤੋ। ਅੱਜ ਤੇ ਜ਼ਿੰਦਗੀ ਦਾ ਮਜ਼ਾ ਆ ਗਿਆ। ਜੀਤੋ ਨੇ ਸੁਣ ਕੇ ਉਹਦੇ ਮੂੰਹ ਤੇ ਥੁੱਕ ਦਿੱਤਾ। ਉਹ ਫਿਰ ਹੱਸ ਕੇ ਬਾਹਰ ਚਲਾ ਗਿਆ। ਜੀਤੋ ਉੱਠ ਕੇ ਬੈਠ ਵੀ ਨਾ ਸਕੀ। ਕਸ਼ਮੀਰੇ ਨਾਲ ਉਹਨੂੰ ਸ਼ੁਰੂ ਤੋਂ ਹੀ ਨਫ਼ਰਤ ਸੀ, ਅੱਜ ਹੋਰ ਵੀ ਨਫ਼ਰਤ ਵੱਧ ਗਈ। ਉਹਨੂੰ ਸੰਤੋਸ਼ ਵੀ ਸੀ ਕਿਉਂਕਿ ਜੀਵਨ ਭਰ ਦੀ ਪਿਆਸ ਉਹਦੀ ਬੁਝ ਗਈ ਸੀ, ਪਰ ਦੂਜੀ ਤਰਫੋਂ ਉਹਨੂੰ ਆਪਣੇ ਆਪ ਤੋਂ ਨਫ਼ਰਤ ਵੀ ਹੋ ਰਹੀ ਸੀ ਕਿ ਉਹਨੇ ਇੰਝ ਕਿਉਂ ਹੋਣ ਦਿੱਤਾ। ਅਗਰ ਉਹ ਆਪ ਢਿੱਲੀ ਨਾ ਪੈ ਜਾਂਦੀ ਤੇ ਕਸ਼ਮੀਰਾ ਉਹਦੀ ਆਬਰੂ ਨਾਲ ਕਦੀ ਨਾ ਖੇਡ ਸਕਦਾ। ਸੱਚਮੁੱਚ ਹੀ ਉਹ ਜੀਵਨ ਦੇ ਮੇਲੇ 'ਚ ਗੁਆਚ ਗਈ ਸੀ। ਜੀਤੋ ਤੋਂ ਉਹ ਤੇ ਉਹ ਤੋਂ ਜੀਤੋ ਦੂਰ ਹੋ ਗਈ ਸੀ। ਰਾਜੇ ਨਾਲ ਉਹਨੇ ਵਿਸ਼ਵਾਸਘਾਤ ਕੀਤਾ ਸੀ। ਸੋਚਦਿਆਂ ਜੀਤੋ ਦੀਆਂ ਅੱਖਾਂ 'ਚ ਅੱਥਰੂ ਆ ਗਏ। ਕਸ਼ਮੀਰੇ ਦੀ ਵਹਿਸ਼ੀ ਸੂਰਤ ਉਹਦੀਆਂ ਅੱਖਾਂ ਅੱਗੇ ਆ ਗਈ। ਉਹ ਚੀਕ ਪਈ, ਨਹੀਂ ਨਹੀਂ, ਮੈਂ ਹੁਣ ਕਦੀ ਨਹੀਂ ਇਸ ਤਰ੍ਹਾਂ ਹੋਣ ਦਿਆਂਗੀ। ਮੈਂ ਕਦੀ ਨਹੀਂ ਡਿੱਗਾਂਗੀ। ਮੈਂ ਨੀਚ ਹਾਂ, ਕਮੀਨੀ ਹਾਂ। ਮੈਂ ਕਸ਼ਮੀਰੇ ਨੂੰ ਮਾਰ ਦਿਆਂਗੀ। ਮੈਂ ਉਹਦਾ ਖੂਨ ਪੀ ਜਾਵਾਂਗੀ। ਉਹਨੇ ਮੈਨੂੰ ਬਰਬਾਦ ਕਰ ਦਿੱਤਾ ਹੈ। ਮੈਂ ਉਹਨੂੰ ਬਰਬਾਦ ਕਰਕੇ ਰਹਾਂਗੀ, ਕਹਿੰਦੀ ਉੱਚੀ ਉੱਚੀ ਰੋ ਪਈ। ਕਾਫੀ ਚਿਰ ਪਿੱਛੋਂ ਉਹਨੂੰ ਖਿਆਲ ਆਇਆ ਉਹਦੀਆਂ ਲੱਤਾਂ 'ਤੇ ਸਿਰਫ ਚਾਦਰ ਹੀ ਪਈ ਹੈ। ਉਹ ਝਟਪਟ ਉੱਠੀ, ਕੱਪੜੇ ਬਦਲੇ, ਮੂੰਹ ਹੱਥ ਧੋਤਾ, ਠੀਕ ਤਰ੍ਹਾਂ ਬੈਠ ਗਈ। ਉਹਦੇ ਸਰੀਰ 'ਤੇ ਜਿੱਥੇ ਮੁੱਕੇ ਮਾਰੇ ਗਏ ਸੀ, ਜਿੱਥੇ ਦੰਦੀਆਂ ਵੱਢੀਆਂ ਸੀ, ਉੱਥੇ ਪੀੜ ਦੀਆਂ ਚੀਸਾਂ ਉੱਠਦੀਆਂ ਸਨ। ਘੜੀ ਮੁੜੀ ਕਸ਼ਮੀਰੇ ਦੀ ਸੂਰਤ ਉਹਦੀਆਂ ਅੱਖਾਂ ਅੱਗੇ ਆ ਜਾਂਦੀ। ਅੱਖਾਂ 'ਚੋਂ ਅੱਥਰੂ ਨਿਕਲ ਜਾਂਦੇ। ਉਹ ਕੰਬ ਜਾਂਦੀ। ਜਿਸ ਵਕਤ ਉਹਦੀ ਸੱਸ ਖੂਹ ਤੋਂ ਮੁੜ ਕੇ ਆਈ, ਲੌਢਾ ਵੇਲਾ ਹੋ ਗਿਆ ਸੀ। ਸੱਸ ਨੂੰ ਵੇਖ ਕੇ ਜੀਤੋ ਦੇ ਮਨ 'ਚ ਇੱਕ ਤੂਫਾਨ ਉਮੜ ਆਇਆ। ਉਹਦਾ ਦਿਲ ਕੀਤਾ ਉਹ ਸੱਸ ਦੇ ਗਲੇ ਲੱਗ ਕੇ ਰੋ ਰੋ ਕੇ ਆਪਣਾ ਹਾਲ ਦੱਸੇ, ਪਰ ਫਿਰ ਕਿਸੇ ਚੀਜ਼ ਨੇ ਉਹਨੂੰ ਰੋਕ ਲਿਆ। ਸੱਸ ਨੇ ਆਉਂਦਿਆਂ ਹੀ ਬੜੀ ਗੌਰ ਨਾਲ ਉਸ ਵੱਲ ਵੇਖਿਆ। ਜੀਤੋ ਨੂੰ ਇਸ ਤਰ੍ਹਾਂ ਜਾਪਿਆ ਜਿਵੇਂ ਉਹਦੇ ਚਿਹਰੇ ਤੋਂ ਉਹਦੀ ਸੱਸ ਕੁਝ ਪੜ੍ਹ ਰਹੀ ਹੋਵੇ। ਚੋਰ ਦੀ ਤਰ੍ਹਾਂ ਉਹਦੇ ਮਨ 'ਚ ਸ਼ੰਕਾ ਜਿਹੀ ਪੈਦਾ ਹੋਈ। ਉਹਨੇ ਆਪਣੇ ਵਾਲ ਸੁਆਰੇ, ਬੁੱਲ੍ਹਾਂ 'ਤੇ ਜੀਭ ਘੁਮਾਈ। ਉਹ ਕੁਝ ਵੀ ਨਹੀਂ ਬੋਲੀ। ਉਹਦੀ ਸੱਸ ਨੇ ਖਾਲੀ ਭਾਂਡੇ ਹੇਠ ਰੱਖ ਕੇ ਪੁੱਛਿਆ, ਕੀ ਗੱਲ ਜੀਤੋ, ਬੜੀ ਪਰੇਸ਼ਾਨ ਲੱਗਦੀ ਪਈ ਹੈ? ਕੁਛ ਨਹੀਂ ਬੀਬੀ, ਜੀਤੋ ਨੇ ਕਹਿ ਤਾਂ ਦਿੱਤਾ ਪਰ ਉਹਦਾ ਗਲਾ ਭਰ ਗਿਆ। ਆਪਣੀ ਬੀਬੀ ਦੀ ਯਾਦ ਤੇ ਨਹੀਂ ਆਈ ਕਿਤੇ? ਨਹੀਂ ਬੀਬੀ, ਜੀਤੋ ਨੇ ਆਪਣੇ ਆਪ 'ਤੇ ਕਾਬੂ ਕੀਤਾ। ਘਰ ਕੋਈ ਆਇਆ ਸੀ? ਤੈਨੂੰ ਨਹੀਂ ਪਤਾ ਬੀਬੀ? ਮੈਂ ਕੋਈ ਘਰ ਬੈਠੀ ਸੀ ਜਿਹੜਾ ਮੈਨੂੰ ਪਤਾ ਹੋਏ? ਮੈਂ ਇਸ ਬਾਰੇ ਪੁੱਛਿਆ ਹੈ ਕਿ ਕਸ਼ਮੀਰਾ ਖੂਹ 'ਤੇ ਨਹੀਂ ਸੀ, ਕਿਤੇ ਘਰ 'ਤੇ ਨਹੀਂ ਆਇਆ ਰੋਟੀ ਖਾਣ? ਸੱਸ ਨੇ ਕਿਹਾ, ਹਾਂ ਆਇਆ ਸੀ। ਰੋਟੀ ਖਾ ਗਿਆ? ਪਤਾ ਨਹੀਂ। ਘਰ ਰੋਟੀ ਤੇ ਹੋਣੀ ਨਹੀਂ ਤੇ ਉਹਨੇ ਖਾਣਾ ਕੀ ਸੀ? ਆਪੇ ਹੀ ਉਹਨੇ ਆਪਣੇ ਸਵਾਲ ਦਾ ਜਵਾਬ ਦੇ ਦਿੱਤਾ। ਜੀਤੋ ਚੁੱਪ ਰਹੀ। ਬੁੱਢੀ ਫੇਰ ਬੋਲੀ, ਹੁਣ ਇਸ ਉਮਰ 'ਚ ਤਾਂ ਰੋਟੀ ਚੁੱਕ ਕੇ ਵੀ ਨਹੀਂ ਤੁਰਿਆ ਜਾਂਦਾ। ਅੱਜ ਤਾਂ ਮੈਂ ਥੱਕ ਹੀ ਗਈ ਹਾਂ। ਸੋਚਦੀ ਹਾਂ ਹੁਣ ਕਸ਼ਮੀਰੇ ਦਾ ਵੀ ਵਿਆਹ ਕਰ ਹੀ ਦਿਆਂ। ਤੂੰ ਕੀ ਕਹਿੰਦੀ ਹੈ ਜੀਤੋ? ਸਗੋਂ ਤੇਰਾ ਕੰਮ ਵੀ ਘੱਟ ਜਾਏਗਾ। ਹਾਂ ਕਰ ਦਿਓ ਬੀਬੀ ਵਿਆਹ, ਪਰ ਮੇਰਾ ਕੰਮ ਨਹੀਂ ਘਟਣਾ, ਭਾਵੇਂ ਇੱਥੇ ਜਿੰਨੀਆਂ ਵੀ ਨੂੰਹਾਂ ਆਣ। ਤੂੰ ਇੰਝ ਕਿਉਂ ਸੋਚਦੀ ਹੈ ਜੀਤੋ? ਮੇਰੇ ਲੇਖ ਜੋ ਇੰਝ ਦੀ ਹੈ ਬੀਬੀ, ਕਹਿ ਕੇ ਉਹ ਰੋ ਪਈ। ਉਹਨੂੰ ਦੁੱਖ ਸੀ ਦੁਪਹਿਰ ਦੀ ਵਾਪਰੀ ਘਟਨਾ ਦਾ। ਖੈਰ ਬੀਬੀ ਵੀ ਸੁਣ ਕੇ ਚਲੀ ਗਈ ਕੋਈ ਕੰਮ ਕਰਨ ਨੂੰ, ਪਰ ਜੀਤੋ ਉੱਥੇ ਹੀ ਬੈਠੀ ਰਹੀ। ਬੀਬੀ ਨੂੰ ਵਾਪਰੀ ਹੋਈ ਘਟਨਾ ਦਾ ਗਿਆਨ ਸੀ।
ਇਹ ਘਟਨਾ ਉਸੇ ਦੀ ਬਣਾਈ ਹੋਈ ਸੀ। ਉਹਦੇ ਹੀ ਦਿਮਾਗ ਦੀ ਇਹ ਕਾਢ ਸੀ ਵੀ ਜੀਤੋ ਦੇ ਪਰ ਕੱਟਣ ਲਈ, ਤਾਂ ਕਿ ਉਹ ਉੱਡਣ ਦੀ ਕੋਸ਼ਿਸ਼ ਨਾ ਕਰੇ। ਬੁੱਢੀ ਜਾਣਦੀ ਸੀ ਜੀਤੋ 'ਚ ਬਹੁਤ ਸਹਿਣ ਸ਼ਕਤੀ ਹੈ, ਪਰ ਉਹਨੂੰ ਇੰਨੀ ਉਮੀਦ ਨਹੀਂ ਸੀ ਕਿ ਜੀਤੋ ਇਹ ਸਦਮਾ ਵੀ ਸਹਿਣ ਕਰ ਲਏਗੀ। ਉਹਨੇ ਇਸ ਤੋਂ ਬਾਅਦ ਇਹ ਅੰਦਾਜ਼ਾ ਲਾਇਆ ਵੀ ਜੀਤੋ ਆਪਣੀ ਬਦਨਾਮੀ ਦੇ ਡਰ ਤੋਂ ਨਹੀਂ ਬੋਲੀ। ਜੀਤੋ ਫਿਰ ਸ਼ਾਮ ਨੂੰ ਉੱਠੀ, ਹਰ ਸ਼ਾਮ ਦੀ ਤਰ੍ਹਾਂ ਰੋਟੀ ਪਕਾਈ, ਪਰ ਖਾਣ ਵਕਤ ਉਹ ਕਮਰੇ 'ਚ ਚਲੀ ਗਈ। ਉਹਦੀ ਸੱਸ ਨੇ ਵੀ ਉਹਨੂੰ ਨਹੀਂ ਰੋਕਿਆ ਤੇ ਜੀਤੋ ਦਾ ਮਨ ਖਾਣਾ ਖਾਣ ਨੂੰ ਵੀ ਨਹੀਂ ਕੀਤਾ। ਉਹਦੀ ਰੁਚੀ ਖਤਮ ਹੋ ਗਈ। ਉਹਦੇ ਦਿਲ ਦੀਆਂ ਭਾਵਨਾਵਾਂ ਨੇ ਇੱਕ ਖਲਬਲੀ ਮਚਾਈ ਹੋਈ ਸੀ, ਜਿਹਦੇ ਕਾਰਨ ਉਹਦਾ ਦਿਮਾਗ ਚੱਕੀ ਦੇ ਪੁੜ ਦੀ ਤਰ੍ਹਾਂ ਘੁੰਮਦਾ ਜਾ ਰਿਹਾ ਸੀ। ਰੋਟੀ ਖਾ ਕੇ ਰਾਜਾ ਕਮਰੇ 'ਚ ਆ ਗਿਆ। ਭਾਵਨਾਵਾਂ ਦੇ ਤੂਫਾਨ ਦੀ ਰਫ਼ਤਾਰ ਤੇਜ਼ ਹੋ ਗਈ। ਜੀਤੋ ਦਾ ਦਿਲ ਕੀਤਾ ਰਾਜੇ ਦਾ ਮੂੰਹ ਨੌਂਦਰਾਂ ਨਾਲ ਝੁਰੀਟ ਸੁੱਟੇ, ਜਿਹੜਾ ਉਹਨੂੰ ਇਸ ਹਾਲ ਤੱਕ ਪਹੁੰਚਾਇਆ, ਜਿਹਦੇ ਕਾਰਨ ਉਹ ਪਤਿਤ ਹੋਈ, ਜਿਹਦੇ ਕਾਰਨ ਉਹ ਫੁੱਲ ਤੋਂ ਫੌਲਾਦ ਬਣ ਗਈ, ਜਿਹਦੇ ਕਾਰਨ ਉਹਦੀਆਂ ਸੱਧਰਾਂ ਮਿੱਟੀ ਹੇਠ ਦੱਬੀਆਂ ਗਈਆਂ। ਪਰ ਉਹ ਕੁਛ ਨਾ ਬੋਲੀ, ਗੋਡਿਆਂ 'ਚ ਸਿਰ ਰੱਖ ਕੇ ਬੈਠੀ ਰਹੀ। ਰਾਜੇ ਨੇ ਪੁੱਛਿਆ, ਜੀਤੋ ਰੋਟੀ ਨਹੀਂ ਖਾਧੀ, ਕੀ ਗੱਲ? ਜੀਤੋ ਬਿਲਕੁਲ ਨਹੀਂ ਹਿੱਲੀ। ਉੱਠ ਬਈ, ਜਾ ਰੋਟੀ ਖਾ ਲੈ, ਬਾਹੋਂ ਫੜ ਕੇ ਰਾਜੇ ਨੇ ਕਿਹਾ। ਜੀਤੋ ਟਸ ਤੋਂ ਮਸ ਨਾ ਹੋਈ। ਕੀ ਗੱਲ, ਗੂੰਗੀ ਤਾਂ ਨਹੀਂ ਹੋ ਗਈ ਕਿਤੇ? ਬੋਲਦੀ ਕਿਉਂ ਨਹੀਂ? ਰਾਜੇ ਨੇ ਜੀਤੋ ਨੂੰ ਹਲੂਣਿਆ। ਕੀ ਹੈ? ਜੀਤੋ ਨੇ ਗੁੱਸੇ ਨਾਲ ਕਿਹਾ। ਮੈਂ ਕਿਹਾ, ਸੋਹਣਿਓ ਰੋਟੀ ਖਾ ਲਓ, ਰਾਜੇ ਨੇ ਪਿਆਰ ਨਾਲ ਕਿਹਾ। ਬਹੁਤ ਰੋਟੀ ਖਾ ਲਈ ਇਸ ਘਰ ਦੀ, ਕੋਈ ਕਮੀ ਨਹੀਂ ਰਹੀ ਕਿਸੇ ਗੱਲ ਦੀ। ਜਿਹੜੀ ਕੋਈ ਕਮੀ ਬਾਕੀ ਸੀ ਅੱਜ ਉਹ ਵੀ ਪੂਰੀ ਹੋ ਗਈ। ਜੀਤੋ ਦੀਆਂ ਅੱਖਾਂ 'ਚ ਅੱਥਰੂ ਆ ਗਏ। ਕੀ ਹੋਇਆ ਇਹ ਪੁੱਛੋ, ਕੀ ਬਾਕੀ ਰਹਿ ਗਿਆ? ਮੈਨੂੰ ਬੁਝਾਰਤਾ ਨਾ ਪਾ, ਮੈਂ ਕਈ ਵਾਰ ਤੈਨੂੰ ਕਿਹਾ, ਸਾਫ਼ ਦੱਸ ਕੀ ਹੋਇਆ। ਰਾਜੇ ਦੀ ਗੱਲ 'ਚ ਉਤੇਜਨਾ ਸੀ। ਜੋ ਕੁਝ ਹੋਇਆ ਤੁਸੀਂ ਸੁਣ ਨਹੀਂ ਸਕੋਗੇ। ਇਹੋ ਜਿਹੀ ਕਿਹੜੀ ਗੱਲ ਹੈ ਜਿਹੜੀ ਮੈਂ ਸੁਣ ਨਹੀਂ ਸਕਾਂਗਾ? ਤੁਹਾਡੇ ਕੰਨ ਪਾਟ ਜਾਣਗੇ। ਜੀਤੋ ਮੈਂ ਪੁੱਛਦਾ, ਹੋਇਆ ਕੀ ਹੈ? ਤੂੰ ਦੱਸਦੀ ਕਿਉਂ ਨਹੀਂ? ਜਾਣਨਾ ਚਾਹੁੰਦੇ ਹੋ ਤਾਂ ਇਹ ਵੇਖੋ। ਉੱਚੀ ਆਵਾਜ਼ 'ਚ ਜੀਤੋ ਨੇ ਕਹਿ ਕੇ ਆਪਣੀ ਕਮੀਜ਼ ਗੁੱਸੇ ਨਾਲ ਪਾੜ ਦਿੱਤੀ। ਉਹਦੇ ਸੀਨੇ ਤੇ ਨੌਂਦਰਾਂ ਦੰਦੀਆਂ ਦੇ ਦਾਗ ਸਾਫ਼ ਦਿਸ ਰਹੇ ਸੀ। ਇਹ ਕੀ ਹੈ? ਰਾਜੇ ਨੇ ਗੁੱਸੇ 'ਚ ਕਿਹਾ। ਇਹ ਬੰਦੇ ਦੇ ਵਹਿਸ਼ੀਪਨ ਦੀ ਕਰਤੂਤ ਹੈ, ਇਹ ਕਸ਼ਮੀਰੇ ਦੀ ਕਰਤੂਤ ਹੈ। ਉਹਨੇ ਮੇਰੇ ਨਾਲ ਧੱਕਾ ਕੀਤਾ। ਜੀਤੋ, ਰਾਜਾ ਚੀਕ ਪਿਆ। ਕੀ ਇਹ ਸੱਚ ਹੈ ਜੀਤੋ? ਹਾਂ, ਇਹ ਸੱਚ ਹੈ। ਉਹਨੇ ਮੈਨੂੰ ਲੁੱਟ ਲਿਆ, ਮੇਰੇ ਨਾਲ ਜ਼ਬਰਦਸਤੀ ਧੱਕਾ ਕੀਤਾ, ਮੈਨੂੰ ਤਬਾਹ ਕਰ ਦਿੱਤਾ। ਜੀਤੋ ਰੋ ਪਈ। ਮੰਦਾ ਭਾਵੇਂ ਕਿੰਨਾ ਹੀ ਬੁਜ਼ਦਿਲ ਕਿਉਂ ਨਾ ਹੋਏ, ਕਮਜ਼ੋਰ ਕਿਉਂ ਨਾ ਹੋਏ, ਪਰ ਆਪਣੀ ਪਤਨੀ ਦੇ ਮੂੰਹੋਂ ਇਹ ਕੁਝ ਨਹੀਂ ਸੁਣ ਸਕਦਾ। ਇਹੋ ਹੀ ਰਾਜੇ ਦਾ ਹਾਲ ਸੀ। ਉਹਦਾ ਖੂਨ ਖੌਲ ਗਿਆ, ਜਿੰਨਾ ਕਿ ਮਰਦਾਨਾ ਅੰਸ਼ ਉਸ 'ਚ ਸੀ, ਜਾਗ ਪਿਆ ਤੇ ਰਾਜੇ ਨੂੰ ਉਹਨੇ ਲਲਕਾਰਿਆ। ਰਾਜੇ ਦੀਆਂ ਅੱਖਾਂ 'ਚ ਖੂਨ ਚੜ੍ਹ ਆਇਆ, ਉਹਦੀਆਂ ਰਗਾਂ 'ਚ ਬਿਜਲੀ ਦੀ ਇੱਕ ਲਹਿਰ ਦੌੜ ਗਈ। ਉੱਠ ਪਿਆ, ਕਮਰੇ ਤੋਂ ਬਾਹਰ ਜਾਣ ਲੱਗਾ। ਜੀਤੋ ਨੇ ਉਹਨੂੰ ਰੋਕ ਲਿਆ। ਉਹ ਗਰਜ ਕੇ ਬੋਲਿਆ, ਮੈਨੂੰ ਜਾ ਲੈਣ ਦੇ ਜੀਤੋ, ਮੈਂ ਉਹਦਾ ਖੂਨ ਪੀ ਜਾਣਾ, ਮੈਂ ਉਹਨੂੰ ਛੱਡਣਾ ਹੀ ਨਹੀਂ, ਉਹਨੂੰ ਜਾਨੋਂ ਮਾਰ ਦੇਣਾ। ਮੈਂ ਤੁਹਾਨੂੰ ਜਾਣ ਨਹੀਂ ਦਿਆਂਗੀ। ਗੁੱਸੇ 'ਚ ਆਉਣ ਦੀ ਕੋਈ ਲੋੜ ਨਹੀਂ, ਮੈਂ ਆਪੇ ਬਦਲਾ ਲੈ ਲਾਂਗੀ। ਤੂੰ ਬਦਲਾ ਨਹੀਂ ਲੈ ਸਕਦੀ ਜੀਤੋ ਉਹਦੇ ਕੋਲੋਂ। ਮੈਂ ਵੀ ਪਿਓ ਦੀ ਧੀ ਹੋਈ ਤਾਂ ਉਹਨੂੰ ਨਹੀਂ ਛੱਡਾਂਗੀ। ਉਹਨੇ ਮੇਰੀ ਇੱਜ਼ਤ ਨਾਲ ਖੇਡਿਆ, ਮੈਂ ਉਹਦੀ ਜ਼ਿੰਦਗੀ ਨਾਲ ਖੇਡਾਂਗੀ। ਜ਼ਿੱਦ ਨਾ ਕਰ ਜੀਤੋ, ਮੈਨੂੰ ਜਾਣ ਦੇ। ਮੇਰੇ ਖੌਲ ਦੇ ਖੂਨ ਨੂੰ ਠੰਡਾ ਨਾ ਕਰ। ਮੈਂ ਗੱਲ ਨਹੀਂ ਸਹਿ ਸਕਦਾ। ਅੱਜ ਤੱਕ ਮੈਂ ਸਭ ਕੁਝ ਸਹਾਰਦਾ ਰਿਹਾ, ਪਰ ਹੁਣ ਠੀਕ ਨਹੀਂ। ਠੀਕ ਹੈ, ਪਰ ਰਾਤ ਲੰਘ ਜਾਣ ਦਿਓ। ਇਸ ਵੇਲੇ ਮੈਂ ਤੁਹਾਨੂੰ ਬਾਹਰ ਨਹੀਂ ਜਾਣ ਦੇਣਾ, ਜੀਤੋ ਨੇ ਕਿਹਾ। ਰਾਜਾ ਚੁੱਪ ਹੋ ਗਿਆ। ਉਬਲਦੇ ਖੂਨ ਨੂੰ ਠੰਡਾ ਕਰਨ ਦੀ ਉਹਨੇ ਬੜੀ ਕੋਸ਼ਿਸ਼ ਕੀਤੀ। ਰਾਤ ਭਰ ਨਹੀਂ ਸੌਂ ਸਕਿਆ, ਤੜਪਦਾ ਰਿਹਾ। ਸਵੇਰੇ ਜਦੋਂ ਬਿਸਤਰਾ ਛੱਡਿਆ, ਕਸ਼ਮੀਰਾ ਚਲਾ ਗਿਆ ਹੋਇਆ ਸੀ। ਰਾਜੇ ਨੇ ਵੀ ਚਾਹ ਪਾਣੀ ਕੁਛ ਨਾ ਪੀਤਾ, ਖੇਤਾਂ 'ਤੇ ਚਲਾ ਗਿਆ। ਅੱਗੇ ਕਸ਼ਮੀਰਾ ਕਣਕ ਦਾ ਗਾਹ ਪਾਉਂਦਾ ਪਿਆ ਸੀ। ਰਾਜੇ ਨੂੰ ਵੇਖ ਕੇ ਕੁਝ ਸਾਵਧਾਨ ਜਿਹਾ ਹੋਇਆ। ਰਾਜੇ ਦੇ ਹੱਥ 'ਚ ਡਾਂਗ ਸੀ। ਰਾਜੇ ਨੇ ਕਸ਼ਮੀਰੇ ਨੂੰ ਪੁੱਛਿਆ, ਕੱਲ੍ਹ ਕੀ ਹੋਇਆ ਸੀ ਬਈ? ਕੱਲ੍ਹ ਕਿੱਥੇ ਕੀ ਹੋਇਆ ਸੀ? ਕਸ਼ਮੀਰੇ ਨੇ ਉੱਤਰ ਦਿੱਤਾ, ਘਰ ਵਿੱਚ। ਕੀ ਹੋਇਆ ਸੀ ਘਰ ਵਿੱਚ? ਮੈਨੂੰ ਤਾਂ ਕੁਝ ਪਤਾ ਨਹੀਂ। ਰਾਜੇ ਨੇ ਇੱਕ ਡਾਂਗ ਉਹਦੀ ਗਿੱਚੀ 'ਚ ਮਾਰ ਕੇ ਕਿਹਾ, ਪਤਾ ਲੱਗਾ ਕੀ ਹੋਇਆ ਸੀ? ਕਸ਼ਮੀਰੇ ਨੇ ਰਾਜੇ ਦੀ ਡਾਂਗ ਨੂੰ ਹੱਥ ਪਾਇਆ ਤੇ ਦੋਵੇਂ ਹੱਥੋਂ ਪਾਈ ਤੇ ਉਤਰ ਆਏ। ਕਸ਼ਮੀਰਾ ਰਾਜੇ ਕੋਲੋਂ ਜ਼ੋਰਾਵਰ ਸੀ। ਛੇਤੀ ਉਹਨੂੰ ਕਾਬੂ ਕਰਕੇ ਡਾਂਗ ਖੋਲੀ ਤੇ ਉਹਨੂੰ ਮਾਰਨਾ ਸ਼ੁਰੂ ਕਰਤਾ। ਮਾਰਦਾ ਵੀ ਗਿਆ, ਕਹਿੰਦਾ ਵੀ ਗਿਆ, ਤੇਰੀ ਇੰਨੀ ਹਿੰਮਤ ਕਿ ਤੂੰ ਮੇਰੇ 'ਤੇ ਹੱਥ ਚੁੱਕੇ? ਕੁੱਤਿਆ, ਸੌਰਿਆ, ਮੈਂ ਤੇਰੀਆਂ ਲੱਤਾਂ ਹੀ ਤੋੜ ਦੇਣੀਆਂ। ਮੈਂ ਜੋ ਕੁਝ ਕੀਤਾ ਠੀਕ ਕੀਤਾ। ਤੂੰ ਵਹੁਟੀ ਨੂੰ ਖੁਸ਼ ਨਹੀਂ ਕਰ ਸਕਦਾ। ਉਹਨੇ ਖੁਸ਼ੀ ਲਈ ਦੂਜੇ ਕੋਲ ਤਾਂ ਜਾਣਾ ਹੀ ਹੈ, ਫਿਰ ਮੈਂ ਕਿਉਂ ਛੱਡਾਂ ਉਹਨੂੰ? ਉਹਦੀ ਆਪਣੀ ਮਰਜ਼ੀ ਸੀ। ਤੇ ਫਿਰ ਮਾਂ ਭੈਣ ਦੀਆਂ ਗਾਲਾਂ ਕੱਢਦਾ ਰਿਹਾ।
ਕਸ਼ਮੀਰੇ ਨੇ ਰਾਜੇ ਨੂੰ ਬਹੁਤ ਹੀ ਕੁੱਟਿਆ। ਸੱਟਾਂ ਨਾਲ ਉਹ ਨਿਢਾਲ ਹੋ ਗਿਆ। ਉਹਦੇ ਸਿਰ 'ਚੋਂ ਖੂਨ ਨਿਕਲ ਆਇਆ। ਕਸ਼ਮੀਰੇ ਦੇ ਮੂੰਹ 'ਚ ਗੁੱਸੇ ਨਾਲ ਝੱਗ ਨਿਕਲਦੀ ਜਾਂਦੀ ਸੀ। ਸਰਪੰਚ ਬੰਤਾ ਸਿੰਘ ਵੀ ਥੋੜ੍ਹੇ ਚਿਰ ਨੂੰ ਆ ਗਿਆ। ਇਹ ਹਾਲਤ ਵੇਖ ਕੇ ਕਸ਼ਮੀਰੇ ਤੋਂ ਪੁੱਛਿਆ, ਬੇਵਕੂਫਾ, ਹੁਣ ਤੇ ਨਾ ਲੜਿਆ ਕਰ ਇਸ ਪਾਗਲ ਨਾਲ। ਤੇਰੇ ਵੀ ਦਾੜੀ ਆ ਗਈ ਹੈ, ਕਿਉਂ ਐਵੇਂ ਬਦਨਾਮੀ ਕਰਾਉਣ ਲੱਗਾ ਹੈ? ਭਾਈਆ, ਅੱਜ ਇਹਨੇ ਮੇਰੀ ਗਿੱਚੀ ਤੇ ਡਾਂਗ ਮਾਰੀ। ਕਿਉਂ? ਐਵੇਂ ਹੀ ਕਿ ਮੈਂ ਜਾਣਦਾ ਕਿਉਂ ਡਾਂਗ ਮਾਰੀ ਹੈ, ਕਹਿ ਕੇ ਬੰਤਾ ਸਿੰਘ ਰਾਜੇ ਵੱਲ ਵਧਿਆ। ਉਹ ਬੇਹੋਸ਼ ਹੀ ਪਿਆ ਸੀ। ਬੰਤਾ ਸਿੰਘ ਲੀਰ ਸਾੜ ਕੇ ਉਹਦੇ ਜ਼ਖਮਾਂ 'ਤੇ ਲਾਈ। ਮੂੰਹ 'ਚ ਪਾਣੀ ਦੇ 2-4 ਘੁੱਟ ਪਾ ਉਹਨੂੰ ਹੋਸ਼ 'ਚ ਲਿਆਂਦਾ। ਛਾਵੇਂ ਲੰਮਾ ਪਾ ਕੇ ਆਪੇ ਕੰਮ ਲੱਗ ਗਏ। ਰਾਜਾ ਜਦੋਂ ਹੋਸ਼ 'ਚ ਆਇਆ ਤਾਂ ਧੁੱਪ ਚੰਗੀ ਤਰ੍ਹਾਂ ਚੜ੍ਹ ਗਈ ਸੀ। ਉਹ ਚੁੱਪ ਕਰਕੇ ਪਿੰਡ ਵੱਲ ਤੁਰ ਪਿਆ। ਉਹਨੂੰ ਕਿਸੇ ਨੇ ਕੁਛ ਨਾ ਕਿਹਾ। ਰਾਜ ਕਸ਼ਮੀਰੇ ਦੇ ਬੋਲ ਉਹਨੂੰ ਘੜੀ ਮੁੜੀ ਯਾਦ ਆਉਂਦੇ ਸੀ। ਉਹਦੀ ਆਪਣੀ ਮਰਜ਼ੀ ਸੀ। ਉਹਨੇ ਮੈਨੂੰ ਕਿਉਂ ਕਿਹਾ? ਕੀ ਮੈਨੂੰ ਮਾਰ ਪਵਾਉਣ ਲਈ ਕਿਹਾ ਸੀ? ਕੀ ਉਹ ਨਹੀਂ ਚਾਹੁੰਦੀ ਕਿ ਮੈਂ ਹੁਣ ਇੱਥੇ ਰਵਾਂ? ਕੀ ਉਹ ਮੇਰੇ ਨਾਲ ਐਵੇਂ ਝੂਠਾ ਪਿਆਰ ਕਰਦੀ ਹੈ? ਠੀਕ ਹੈ, ਮੈਂ ਘਰ ਨਹੀਂ ਰਹਾਂਗਾ। ਮੈਂ ਕਦੀ ਘਰ ਨਹੀਂ ਜਾਵਾਂਗਾ। ਮੈਨੂੰ ਰਹਿਣਾ ਹੀ ਨਹੀਂ ਚਾਹੀਦਾ। ਮੈਂ ਜੀਤੋ ਨੂੰ ਕੋਈ ਖੁਸ਼ੀ ਨਹੀਂ ਦੇ ਸਕਦਾ। ਮੈਂ ਤੇ ਉਹਨੂੰ ਆਪ ਕਈ ਵਾਰ ਕਿਹਾ ਕਿ ਉਹ ਚਲੀ ਜਾਏ ਤੇ ਖੁਸ਼ੀ ਹਾਸਲ ਕਰ ਲਏ। ਫਿਰ ਮੈਨੂੰ ਗੁੱਸੇ ਹੋਣ ਦੀ ਕੀ ਲੋੜ ਹੈ? ਇਹੋ ਕੁਝ ਸੋਚ ਕੇ ਰਾਜਾ ਘਰ ਵੀ ਨਹੀਂ ਗਿਆ ਤੇ ਪਗਡੰਡੀ 'ਤੇ ਪੈ ਗਿਆ, ਜਿਹੜੀ ਉਹਨੂੰ ਜਲੰਧਰ ਵੱਲ ਲੈ ਗਈ। ਧੁੱਪ 'ਚ ਤੁਰਦਾ ਰਿਹਾ। ਦਿਮਾਗ 'ਚ ਖਿਆਲਾਂ ਦਾ ਤੂਫਾਨ ਉੱਠਦਾ ਰਿਹਾ। ਉਹ ਘਰ ਤੋਂ ਦੂਰ ਹੁੰਦਾ ਗਿਆ ਤੇ ਕਿੱਥੇ ਜਾਏਗਾ, ਕੀ ਕਰੇਗਾ, ਕੀ ਖਾਏਗਾ, ਇਸ ਬਾਰੇ ਉਹਨੇ ਕੁਛ ਵੀ ਨਹੀਂ ਸੋਚਿਆ ਸੀ। ਅੰਗ 10ਵਾਂ। ਰਾਜਾ ਘਰ ਛੱਡ ਕੇ ਚਲਾ ਗਿਆ। ਇਹ ਵੀ ਨਾ ਸੋਚਿਆ ਕਿ ਜੀਤੋ ਦਾ ਕੀ ਬਣੇਗਾ। ਉਹਦੇ ਦਿਮਾਗ 'ਤੇ ਇਹੋ ਗੱਲ ਛਾ ਗਈ ਸੀ ਕਿ ਜੀਤੋ ਨੇ ਆਪਣੀ ਖੁਸ਼ੀ ਲਈ ਉਸ ਨਾਲ ਵਿਸ਼ਵਾਸਘਾਤ ਕੀਤਾ। ਉਹ ਕਿੱਥੇ ਗਿਆ, ਕਿਸੇ ਨੂੰ ਕੁਛ ਪਤਾ ਨਾ ਲੱਗਾ। ਜੀਤੋ ਨੇ ਉਸ ਦਿਨ ਕੋਈ ਕੰਮ ਨਾ ਕੀਤਾ, ਪਰ ਉਹਦੀ ਸੱਸ ਨੇ ਕੁਛ ਨਾ ਕਿਹਾ। ਉਸ ਦੁਪਹਿਰ ਵੀ ਉਹ ਆਪ ਹੀ ਰੋਟੀ ਲੈ ਕੇ ਖੇਤਾਂ 'ਤੇ ਗਈ। ਉਹਨੂੰ ਉੱਥੋਂ ਪਤਾ ਲੱਗਾ ਵੀ ਰਾਜਾ ਕਸ਼ਮੀਰੇ ਨਾਲ ਲੜ ਪਿਆ। ਲੜ ਕੇ ਘਰ ਚਲਾ ਗਿਆ। ਉਹ ਤਾਂ ਆਪ ਘਰੋਂ ਆਈ ਸੀ। ਘਰ 'ਤੇ ਰਾਜਾ ਪਹੁੰਚਿਆ ਹੀ ਨਹੀਂ ਸੀ। ਫਿਰ ਰਾਜਾ ਕਿੱਥੇ ਗਿਆ? ਹਰ ਇੱਕ ਦਾ ਸਵਾਲ ਸੀ। ਬੁੱਢੀ ਛੇਤੀ ਘਰ ਆ ਗਈ। ਆਉਂਦਿਆਂ ਹੀ ਜੀਤੋ ਨੂੰ ਪੁੱਛਿਆ, ਰਾਜਾ ਘਰ ਆਇਆ? ਘਰ ਤਾਂ ਨਹੀਂ ਆਇਆ, ਜੀਤੋ ਨੇ ਜਵਾਬ ਦਿੱਤਾ। ਫਿਰ ਕਿੱਥੇ ਗਿਆ? ਕਿਉਂ? ਖੂਹ 'ਤੇ ਨਹੀਂ ਹੈਗਾ? ਉੱਥੋਂ ਤਾਂ ਮੈਂ ਆਉਂਦੀ ਪਈ ਹਾਂ, ਉੱਥੇ ਨਹੀਂ ਹੈਗਾ। ਸਵੇਰੇ ਕਸ਼ਮੀਰੇ ਨਾਲ ਲੜ ਪਿਆ ਤੇ ਉੱਥੋਂ ਆ ਗਿਆ। ਕਈ ਵਾਰ ਕਹੀਦਾ ਨਾ ਲੜਿਆ ਕਰੋ, ਪਰ ਇਹਨਾਂ ਦੀਆਂ ਬਚਪਨ ਦੀਆਂ ਆਦਤਾਂ ਜਾਂਦੀਆਂ ਹੀ ਨਹੀਂ। ਤੂੰ ਤੇ ਕੁਛ ਨਹੀਂ ਸੀ ਕਿਹਾ ਰਾਜੇ ਨੂੰ? ਨਹੀਂ ਬੀਬੀ, ਮੈਂ ਕੀ ਕਹਿਣਾ ਸੀ? ਵੇਖ ਪੁੱਤ, ਦਿਓਰਾਂ ਭਾਬੀਆਂ 'ਚ ਮਖੌਲ ਹੁੰਦੇ ਰਹਿੰਦੇ ਨੇ। ਇਹ ਗੱਲਾਂ ਦੱਸਣ ਦੀਆਂ ਥੋੜ੍ਹਾ ਹੁੰਦੀਆਂ। ਜੀਤੋ ਸਭ ਸਮਝ ਗਈ ਵੀ ਉਹਦੀ ਸੱਸ ਨੂੰ ਪਤਾ ਹੈ ਕਿ ਕਸ਼ਮੀਰੇ ਨੇ ਉਹਦੀ ਇੱਜ਼ਤ 'ਤੇ ਹੱਥ ਪਾਇਆ। ਉਹ ਬੋਲ ਪਈ, ਇਹੋ ਜਿਹੇ ਮਖੌਲ ਮੈਨੂੰ ਚੰਗੇ ਨਹੀਂ ਲੱਗਦੇ। ਹੌਲੀ ਹੌਲੀ ਲੱਗ ਜਾਣਗੇ, ਕਹਿ ਕੇ ਬੁੱਢੀ ਹੱਸ ਪਈ ਤੇ ਰਸੋਈ 'ਚੋਂ ਬਾਹਰ ਚਲੀ ਗਈ। ਜੀਤੋ ਦੀ ਤੜਪ ਵੱਧ ਗਈ। ਉੱਠ ਕੇ ਖੇਤਾਂ 'ਤੇ ਗਈ, ਪਰ ਰਾਜਾ ਉੱਥੇ ਨਹੀਂ ਸੀ। ਉਹਨੇ ਹਰ ਥਾਂ ਉਹਨੂੰ ਲੱਭਿਆ, ਜਿਵੇਂ ਕਿ ਸੁਪਨੇ 'ਚ ਲੱਭਦੀ ਰਹੀ ਸੀ, ਪਰ ਰਾਜਾ ਉਹਨੂੰ ਕਿਤੇ ਵੀ ਨਾ ਮਿਲਿਆ। ਉਹ ਹਾਰ ਕੇ ਵਾਪਸ ਆ ਗਈ। ਕੋਠੇ 'ਤੇ ਚੜ੍ਹ ਕੇ ਵੇਖਦੀ ਰਹੀ। ਕਾਮੇ ਖੇਤਾਂ ਤੋਂ ਆ ਰਹੇ ਸਨ। ਪਸ਼ੂ ਵੀ ਆਉਂਦੇ ਦਿਸ ਰਹੇ ਸਨ। ਫਿਰ ਹੌਲੀ ਹੌਲੀ ਰਾਤ ਪੈ ਗਈ। ਸਾਰੇ ਘਰ ਆ ਗਏ, ਪਰ ਰਾਜਾ ਨਹੀਂ ਆਇਆ। ਕਿਸੇ ਨੂੰ ਅੰਦਰੂਨੀ ਦੁੱਖ ਨਹੀਂ ਸੀ, ਪਰ ਦੁੱਖ ਦਾ ਦਿਖਾਵਾ ਸਭ ਕਰ ਰਹੇ ਸੀ। ਮਾਂ ਪਿਓ ਦੋਵੇਂ ਕਸ਼ਮੀਰੇ ਨੂੰ ਝਾੜਦੇ ਰਹੇ। ਦੁੱਖ ਅਗਰ ਕਿਸੇ ਨੂੰ ਸੀ, ਉਹ ਸੀ ਜੀਤੋ, ਜਿਹਦਾ ਸਿਰਤਾਜ ਉਹਨੂੰ ਛੱਡ ਕੇ ਚਲਾ ਗਿਆ ਸੀ। ਜੀਤੋ ਕਮਰੇ 'ਚ ਛੱਤ 'ਤੇ ਅੱਖਾਂ ਲਾ ਕੇ ਵੇਖਦੀ ਰਹੀ। ਦੀਵੇ ਦੀ ਲੋ ਮੱਧਮ ਹੁੰਦੀ ਗਈ, ਪਰ ਉਹਦੀਆਂ ਅੱਖਾਂ 'ਚ ਨੀਂਦ ਨਹੀਂ ਆਈ। ਦੀਵਾ ਬੁਝ ਗਿਆ, ਪਰ ਜੀਤੋ ਨਾ ਸੁੱਤੀ। ਸਾਰੀ ਰਾਤ ਤੜਪਦੀ ਰਹੀ, ਉਡੀਕਦੀ ਰਹੀ, ਪਰ ਆਉਣ ਵਾਲਾ ਨਾ ਆਇਆ। ਸਵੇਰ ਫੇਰ ਹੋ ਗਈ। ਕਿਸੇ ਤਰ੍ਹਾਂ ਕਈ ਸਵੇਰਾਂ ਹੋਈਆਂ, ਕਈ ਰਾਤਾਂ ਬੀਤ ਗਈਆਂ, ਪਰ ਰਾਜਾ ਨਾ ਮੁੜਿਆ। ਜੀਤੋ ਦੇ ਮਨ 'ਤੇ ਕਿੰਨਾ ਵੱਡਾ ਸਦਮਾ ਸੀ, ਇਹ ਸਿਰਫ ਉਹੀ ਜਾਣਦੀ ਸੀ। ਉਹ ਆਪਣੇ ਆਪ ਨੂੰ ਕੋਸਦੀ ਰਹਿੰਦੀ, ਰਾਜੇ ਦੇ ਬਾਰੇ ਸੋਚਦੀ ਰਹਿੰਦੀ। ਜੀਤੋ ਨੂੰ ਕੰਮ ਵੱਲੋਂ ਤਾਂ ਹੁਣ ਔਖ ਨਹੀਂ ਸੀ, ਪਰ ਉਹਦੇ ਅੰਦਰ ਬਾਹਰ ਜਾਣ 'ਤੇ ਬੜੀ ਪਾਬੰਦੀ ਲੱਗ ਗਈ। ਉਹਨੂੰ ਰੋਟੀਆਂ ਲੈ ਕੇ ਖੂਹ 'ਤੇ ਵੀ ਨਹੀਂ ਸੀ ਜਾਣ ਦਿੱਤਾ ਜਾਂਦਾ। ਜਦੋਂ ਵੀ ਆਕੜਦੀ ਤਾਂ ਸੱਸ ਉਹਦੀ ਗਲਤੀ ਨੂੰ ਯਾਦ ਕਰਵਾ ਕੇ ਉਹਨੂੰ ਚੁੱਪ ਕਰਾ ਛੱਡਦੀ। ਕਸ਼ਮੀਰਾ ਇੱਕ ਵਾਰੀ ਮੌਕਾ ਪਾ ਕੇ ਫੇਰ ਆ ਗਿਆ। ਜੀਤੋ ਨੇ ਇਸ ਵਾਰੀ ਬੜੀ ਵਿਰੋਧਤਾ ਕੀਤੀ, ਪਰ ਕੋਈ ਪੇਸ਼ ਨਾ ਚੱਲੀ। ਉਹ ਇਹਨੂੰ ਵੀ ਆਪਣੀ ਬਦਕਿਸਮਤੀ ਦਾ ਵਰਦਾਨ ਸਮਝਣ ਲੱਗ ਪਈ। ਫਿਰ ਹਰ ਰੋਜ਼ ਇੰਝ ਹੀ ਹੋਣ ਲੱਗ ਪਿਆ। ਕਸ਼ਮੀਰਾ ਆਪਣੀ ਮਰਜ਼ੀ ਨਾਲ ਆਉਂਦਾ, ਕਾਮ ਦੇਵਤਾ ਨੂੰ ਜੀਤੋ ਦੇ ਅਰਮਾਨਾਂ ਦੀ ਆਰਤੀ ਚੜ੍ਹਾ ਕੇ ਚਲਾ ਜਾਂਦਾ। ਇਹ ਵੀ ਉਹਦੇ ਜੀਵਨ ਦਾ ਇੱਕ ਕੰਮ ਬਣ ਗਿਆ।
ਕਸ਼ਮੀਰੇ ਨੂੰ ਖੁਸ਼ ਕਰਨਾ। ਕਦੀ ਕਦੀ ਉਹਦੀ ਆਤਮਾ ਵਿਦਰੋਹ ਕਰਦੀ। ਕਸ਼ਮੀਰੇ ਦੀ ਜ਼ਬਰਦਸਤੀ ਉਸ ਵਿਦਰੋਹ ਨੂੰ ਚਕਨਾਚੂਰ ਕਰ ਦਿੰਦੀ। ਇੱਕ ਦਿਨ ਜੀਤੋ ਦੇ ਮਨ 'ਚ ਰਾਜੇ ਦੇ ਬਾਰੇ ਭਾਵਨਾ ਜਾਗ ਉੱਠੀ, ਤੜਪ ਪਈ। ਉਹਦੀ ਆਤਮਾ ਨੇ ਧਿਕਾਰਿਆ, ਉਹਨੂੰ ਆਪਣੇ ਆਪ ਤੋਂ ਨਫ਼ਰਤ ਹੋ ਗਈ। ਅੰਦਰਲੀ ਜੀਤੋ ਨੇ ਉਹਨੂੰ ਬੋਲੀ ਮਾਰੀ, ਕੀ ਤੂੰ ਉਹੀ ਜੀਤੋ ਹੈ ਜਿਹੜੀ ਆਪਣੇ ਚਰਿੱਤਰ ਨੂੰ ਉੱਚਾ ਤੇ ਸੁੱਚਾ ਸਮਝਦੀ ਸੀ? ਕੋਈ ਤੈਨੂੰ ਮਖੌਲ ਕਰਦਾ ਸੀ ਤਾਂ ਉਹਦੇ ਨਾਲ ਤੂੰ ਕਦੀ ਬੋਲਦੀ ਨਹੀਂ ਸੀ। ਹੁਣ ਕਸ਼ਮੀਰਾ ਜਦੋਂ ਚਾਹੁੰਦਾ ਤੇਰੀ ਇੱਜ਼ਤ ਲੁੱਟ ਲੈਂਦਾ। ਤੂੰ ਇੰਨੀ ਗਿਰ ਗਈ ਹੈ ਕਿ ਉਹਨੂੰ ਰੋਕ ਨਹੀਂ ਸਕਦੀ। ਉਹ ਚੀਕ ਪਈ, ਹਾਂ ਮੈਂ ਰੋਕ ਸਕਦੀ ਹਾਂ, ਮੈਂ ਰੋਕਾਂਗੀ। ਮੈਂ ਹੁਣ ਉਹਨੂੰ ਛੂਹਣ ਵੀ ਨਹੀਂ ਦਿਆਂਗੀ। ਮੈਂ ਆਪਣੀ ਆਬਰੂ ਨੂੰ ਬਚਾਵਾਂਗੀ, ਉਸ ਕਮੀਨੇ ਨੂੰ ਲੁੱਟਣ ਨਹੀਂ ਦਿਆਂਗੀ। ਜੀਤੋ ਦੇ ਦਿਮਾਗ ਵਿੱਚ ਗੁੱਸੇ ਦੀਆਂ ਚਿੰਗਾਰੀਆਂ ਭੜਕ ਰਹੀਆਂ ਸਨ। ਉਸ ਸ਼ਾਮ ਨੂੰ ਫਿਰ ਜਦੋਂ ਕਸ਼ਮੀਰਾ ਆਇਆ, ਜੀਤੋ ਗਰਜ ਪਈ, ਕੀ ਲੈਣ ਆਇਆ? ਚਲਾ ਜਾ ਇੱਥੋਂ। ਅੱਜ ਸੋਹਣਿਓ ਬੜੇ ਗੁੱਸੇ 'ਚੋਂ, ਸੁੱਖ ਤੇ ਹੈ। ਮੈਂ ਕਹਿੰਦੀ ਹਾਂ ਕੀ ਲੈਣ ਆਇਆ ਅੱਜ? ਤੇਰੇ ਕੋਲ ਦੇਣ ਲਈ ਹੋਰ ਹੈ ਹੀ ਕੀ? ਫਿਰ ਖੇ ਖਾਣ ਆਇਆ? ਤੂੰ ਅਗਰ ਇਹਨੂੰ ਖੇ ਕਹਿੰਦੀ ਆ ਤਾਂ ਖੇ ਹੀ ਖਾਣ ਆਇਆ। ਕਸ਼ਮੀਰਿਆ, ਮੇਰੇ ਕਮਰੇ 'ਚੋਂ ਨਿਕਲ ਜਾ, ਨਹੀਂ ਤਾਂ ਚੰਗਾ ਨਹੀਂ ਹੋਏਗਾ। ਨਾ ਨਿਕਲਾਂ ਤੇ ਕੀ ਹੋ ਜਾਏਗਾ? ਮੈਂ ਰੌਲਾ ਪਾ ਦਿਆਂਗੀ। ਪਾ ਦੇ ਰੌਲਾ। ਜੀਤੋ, ਰੌਲੇ ਤੋਂ ਮੈਂ ਨਹੀਂ ਡਰਦਾ। ਸਭ ਜਾਣਦੇ ਨੇ ਕਿ ਤੂੰ ਹੁਣ ਮੇਰੀ ਹੈ ਤੇ ਮੈਂ ਛੇਤੀ ਤੇਰੇ 'ਤੇ ਚਾਦਰ ਪਾਣੀ ਹੈ। ਕੀ? ਧੰਨਵਾਦ। ਚੱਲਦਾ।